ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ਦੀਵੇ ਵਾਂਗ ਬਲਦੀ ਅੱਖ ਦੀ ਕਹਾਣੀ ਹੈ। ਪੱਥਰ ਦਾ ਬੁੱਤ। ਪੱਥਰ ਦਾ ਬੁੱਤ ਕਨਾਟ ਪਲੇਸ ਵਿੱਚ ਰੀਗਲ ਚੌਕ ਦੇ ਇੱਕ ਪਾਸੇ ਉੱਚੇ ਥੜੇ ਉੱਤੇ ਖਲੋਤਾ ਸੀ। ਉਸ ਕੋਲੋਂ ਦੀ ਲੰਘਦੀ ਸੜਕ ਉੱਤੇ ਤੇ ਚੌਕ ਵਿੱਚੋਂ ਚੁਫੇਰੇ ਨੂੰ ਪਾਟਦੀਆਂ ਸੜਕਾਂ ਉੱਤੇ ਸਵੇਰ ਤੋਂ ਲੈ ਕੇ ਗਈ ਰਾਤ ਤੱਕ ਕਹਿਰਾਂ ਦੀ ਭੀੜ, ਬੰਦੇ, ਸਾਈਕਲ, ਸਕੂਟਰ, ਕਾਰਾਂ ਤੇ ਬੱਸਾਂ, ਲੋਹੜੇ ਦਾ ਸ਼ੋਰ ਸ਼ਰਾਬਾ ਰਹਿੰਦਾ। ਦਿਨ ਰਾਤ, ਰੁੱਤਾਂ, ਮਹੀਨੇ, ਘਟਨਾਵਾਂ ਦੇ ਚੱਕਰ ਚੱਲਦੇ ਰਹਿੰਦੇ, ਪਰ ਪੱਥਰ ਦਾ ਬੁੱਤ ਤਣੇ ਹੋਏ ਸਿਰ ਤੇ ਫੁੱਲੀ ਹੋਈ ਛਾਤੀ ਨਾਲ ਸਭ ਕੁਝ ਤੋਂ ਬੇਵਾਸਤਾ ਖੜਾ ਰਹਿੰਦਾ। ਯੂਨੀਅਨ ਜੈਕ। ਕੋਈ ਜਣਾ ਬੁੱਤ ਦੇ ਬਿਲਕੁਲ ਖੱਬੇ ਪਾਸੇ ਖਲੋਤਾ ਬੜੇ ਆਦਰ ਨਾਲ ਬਿੰਦੇ ਝੱਟੇ ਯੂਨੀਅਨ ਜੈਕ ਕਹਿ ਰਿਹਾ ਸੀ। ਯੂਨੀਅਨ ਜੈਕ ਦਗਦੇ ਹੋਏ ਕੋਲੇ ਵਾਂਗ ਪੱਥਰ ਦੇ ਬੁੱਤ ਦੇ ਦਿਮਾਗ ਤੇ ਟਿਕ ਗਿਆ। ਯੂਨੀਅਨ ਜੈਕ ਦਗਦਾ ਹੋਇਆ ਕੋਲਾ, ਹੋਰ ਕੋਲਾ ਤੇ ਪੱਥਰ ਦੇ ਬੁੱਤ ਦੇ ਸਿਰ ਦਾ ਉੱਪਰਲਾ ਹਿੱਸਾ ਅੱਗ 'ਚ ਰੱਖੇ ਫਾਲੇ ਦੇ ਸਿਰ ਵਾਂਗ ਮੱਗ ਉੱਠਿਆ ਤੇ ਹੌਲੀ-ਹੌਲੀ ਤਾ ਹੇਠਾਂ ਨੂੰ ਵਧਣ ਲੱਗਿਆ। ਆਖਰ ਤਾ ਉਹਦੀਆਂ ਅੱਖਾਂ ਤੱਕ ਪੁੱਜਿਆ। ਉਹਨੇ ਅਚੰਭੇ ਨਾਲ ਅੱਖਾਂ ਝਪਕੀਆਂ। ਹੁਣ ਉਹ ਦੂਰ ਤੱਕ ਵੇਖ ਸਕਦਾ ਸੀ ਤੇ ਫਿਰ ਤਾ ਉਹਦੇ ਕੰਨਾਂ ਤੱਕ ਪੁੱਜਿਆ। ਹੁਣ ਉਹਨੂੰ ਆਪਣੇ ਚਾਰ ਚੁਫੇਰੇ ਪੈਂਦਾ ਰੌਲਾ ਸੁਣ ਸਕਦਾ ਸੀ ਤੇ ਕੁਝ ਪਲਾਂ 'ਚ ਉਹਦਾ ਚਿਹਰਾ ਪੱਥਰ ਦਾ ਨਾ ਰਿਹਾ। ਪੱਥਰ ਦੇ ਬੁੱਤ ਨੇ ਅੱਖਾਂ ਸਿਰੇ ਤੱਕ ਘੁਮਾ ਕੇ ਵੇਖਿਆ। ਉਹਦੇ ਖੱਬੇ ਵੱਲ ਕੁਝ ਕਦਮਾਂ ਦੀ ਵਿੱਥ ਤੇ ਇੱਕ ਬੰਦਾ ਬੱਚਿਆਂ ਦੀ ਟੋਲੀ ਨੂੰ ਸਮਝਾ ਰਿਹਾ ਸੀ। ਹਮ ਸਭ ਨੇ ਸੁਬਹ ਹੀ ਆकर यहाँ अपनी जगह संभाल लेनी होगी। सब बच्चे अपने अपने नंबर पर मार्ग के दोनों ओर खड़े होंगे। नंबर 1, 3, 5 आदि के हाथों में हमारे मेहमान का परचम यूनियन जैक होगा और नंबर 2, 4, 6 आदि के हाथों में हमारा परचम तिरंगा होगा। जब मेहमान की कार यहाँ पहुंचेगी तो सब बच्चे परचम हिलाएंगे और सदियों पुरानी बरतानिया भारत मैत्री जिंदाबाद के नारे लगाएंगे। पत्थर दे बुੱਤ ਦੇ ਦਿਮਾਗ ਚੋਂ ਚੀਕ ਉੱਠੀ, ਬੰਦ ਕਰੋ ਇਹ ਬਕਵਾਸ, ਸਦੀਆਂ ਪੁਰਾਣੀ ਮੈਤਰੀ। ਪਰ ਚੀਕ ਬੁੱਲਾਂ ਤੋਂ ਬਾਹਰ ਨਾ ਨਿਕਲੀ। ਠੋਡੀ ਤੋਂ ਹੇਠਾਂ ਜਿੱਥੋਂ ਮਨੁੱਖ ਦੀ ਆਵਾਜ਼ ਪੈਦਾ ਹੁੰਦੀ ਹੈ, ਉਹਦਾ ਸਾਰਾ ਤਨ ਪੱਥਰ ਦਾ ਸੀ। ਉਹਦੇ ਬੁੱਲ ਬਸ ਫਰਕ ਕੇ ਰਹਿ ਗਏ। ਉਹਨੂੰ ਆਪਣਾ ਬਚਪਨ ਯਾਦ ਆਇਆ। ਉਸ ਵੇਲੇ ਉਹ ਬਿਲਕੁਲ ਇਹਨਾਂ ਬੱਚਿਆਂ ਵਰਗਾ ਸੀ ਉਮਰ ਦੇ ਪੱਖੋਂ। ਉਹਨਾਂ ਨੇ ਤਾਂ ਸੂਟ ਬੂਟ ਕੱਸ ਰੱਖੇ ਸਨ, ਪਰ ਉਹਨੂੰ ਉਸ ਵੇਲੇ ਘਰ ਦਾ ਬੁਣਿਆ ਖੱਦਰ ਮਿਲਦਾ ਸੀ। ਉਹਦੇ ਸਕੂਲ ਦੇ ਇੱਕ ਮਾਸਟਰ ਅਮੋਲਕ ਰਾਮ ਨੇ ਇੱਕ ਕਵਿਤਾ ਲਿਖੀ ਸੀ, ਸ਼ਹਿਨਸ਼ਾਹ ਹੈ ਅਸਲ ਮੇ ਪਿਤਾ ਸਾਡਾ, ਤੇ ਕਹਿੰਦੇ ਹਨ ਕਿ ਇਹ ਕਵਿਤਾ ਉਹਨੇ ਜ਼ਿਲ੍ਹੇ ਦੇ ਅਫਸਰ ਨੂੰ ਭੇਜ ਕੇ ਲਿਖਤੀ ਸ਼ਾਬਾਸ਼ ਵੀ ਪ੍ਰਾਪਤ ਕੀਤੀ ਸੀ। ਇੱਕ ਦਿਨ ਅਮੋਲਕ ਰਾਮ ਨੇ ਇਹ ਕਵਿਤਾ ਸਕੂਲ 'ਚ ਅਰਦਾਸ ਵੇਲੇ ਬੁਲਾਉਣੀ ਸ਼ੁਰੂ ਕਰ ਦਿੱਤੀ। ਉਹਨੇ ਆਪਣੇ ਬੁੱਲ ਸਿਉਂ ਰੱਖੇ ਤੇ ਕਤਾਰ ਵਿੱਚ ਆਪਣੇ ਆਲੇ ਦੁਆਲੇ ਖਲੋਤੇ ਬੱਚਿਆਂ ਨੂੰ ਕੂਣੀਆਂ ਮਾਰ ਕੇ ਬੋਲਣਾ ਬੰਦ ਕਰਨ ਲਈ ਕਿਹਾ। ਕੀ ਰੌਲਾ ਹੈ ਓਏ? ਉੱਚੇ ਥੜੇ ਉੱਤੇ ਡੰਡਾ ਫੜੀ ਖੜੇ ਤੇ ਅੱਗੇ ਬੋਲਦੇ ਅਮੋਲਕ ਰਾਮ ਨੇ ਪੁੱਛਿਆ ਸੀ। ਜੀ, ਇਹ ਆਪ ਨਾ ਬੋਲਦਾ ਹੈ ਤੇ ਨਾ ਸਾਨੂੰ ਬੋਲਣ ਦਿੰਦਾ ਹੈ। ਉਹਦੇ ਨਾਲ ਖਲੋਤੇ ਇੱਕ ਮੁੰਡੇ ਨੇ ਉਸ ਵੱਲ ਇਸ਼ਾਰਾ ਕੀਤਾ ਤੇ ਅਮੋਲਕ ਰਾਮ ਉਹਨੂੰ ਖਿੱਚ ਕੇ ਥੜੇ ਤੇ ਲੈ ਗਿਆ। ਤੂੰ ਕਿਉਂ ਨਹੀਂ ਬੋਲਦਾ? ਉਹ ਕ੍ਰੋਧ ਨਾਲ ਗੱਜਿਆ। ਸ਼ਹਿਨਸ਼ਾਹ ਸਾਡਾ ਪਿਤਾ ਨਹੀਂ, ਉਹਨੇ ਠਰਮੇ ਨਾਲ ਉੱਤਰ ਦਿੱਤਾ। ਅਮੋਲਕ ਰਾਮ ਕੜਕਿਆ। ਪਿਤਾ ਨਹੀਂ ਤਾਂ ਹੋਰ ਕੀ ਹੈ? ਮੇਰੇ ਪਿਤਾ ਜੀ ਤੇ ਮੇਰੇ ਚਾਚਾ ਜੀ ਨੇ ਉਸ ਨਾਲ ਸਿਰ ਧੜ ਦੀ ਬਾਜੀ ਲਾ ਰੱਖੀ ਹੈ। ਉਹ ਦੱਸਦੇ ਹਨ ਕਿ ਉਹ ਸਾਡਾ ਵੈਰੀ ਹੈ। ਤੇ ਅਮੋਲਕ ਰਾਮ ਦਾ ਗੰਢਾਂ ਵਾਲਾ ਡੰਡਾ ਉਹਦੇ ਪੁੱਠੇ ਹੱਥਾਂ ਉੱਤੇ ਕਾੜ ਵਰਿਆ। ਉਹਦੇ ਹੱਥ ਵਿਲਕ ਉੱਠੇ, ਪਰ ਉਹ ਚੀਕਿਆ ਨਹੀਂ। ਉਹਦੇ ਦਿਮਾਗ ਨੂੰ ਵੀ ਹੁਣ ਪੀੜ ਹੋਈ। ਉਹਨੂੰ ਜਾਪਿਆ ਜਿਵੇਂ ਉਹਦੇ ਹੱਥਾਂ ਦੇ ਪੁੱਠੇ ਪਾਸੇ ਅਜੇ ਵੀ ਸੁੱਜੇ ਹੋਏ ਹੋਣ। ਉਹਨੇ ਹੱਥ ਚੁੱਕ ਕੇ ਵੇਖਣੇ ਚਾਹੇ, ਪਰ ਉਹਦੀਆਂ ਪੱਥਰ ਦੀਆਂ ਬਾਹਾਂ ਪੱਥਰ ਦੇ ਧੜ ਨਾਲ ਸਿੱਧੀਆਂ ਚਿਮਟੀਆਂ ਹੋਈਆਂ ਸਨ। ਅਮੋਲਕ ਰਾਮ ਉਹ ਤੋਂ ਗੁਆਉਣਾ ਚਾਹੁੰਦਾ ਸੀ, ਸ਼ਹਿਨਸ਼ਾਹ ਹੈ ਅਸਲ ਮੇ ਪਿਤਾ ਸਾਡਾ, ਤੇ ਇਹ ਅਮੋਲਕ ਰਾਮ ਦੀ ਕੋਈ ਹੋਰ ਭਾਈ ਬੱਚਿਆਂ ਤੋਂ ਯੂਨੀਅਨ ਜੈਕ ਹਿਲਵਾ ਰਿਹਾ ਸੀ ਤੇ ਅੰਗਰੇਜ਼ਾਂ ਨਾਲ ਦੋਸਤੀ ਦੇ ਨਾਅਰੇ ਲਵਾ ਰਿਹਾ ਸੀ। ਸਾਹਮਣੇ ਖਲੋਤੀ ਸਕੂਲ ਦੀ ਬੱਸ ਵੱਲ ਲਾਈਨ ਬਣਾ ਕੇ ਜਾ ਰਹੇ ਵੱਡੇ ਘਰਾਂ ਦੇ ਨਾ ਸਾਹਿਬਜ਼ਾਦਿਆਂ ਉੱਤੇ ਪੱਥਰ ਦੇ ਬੁੱਤ ਨੇ ਇੱਕ ਕਰਕੇ ਨਜ਼ਰ ਮਾਰੀ। ਉਹਨਾਂ ਵਿੱਚ ਇੱਕ ਵੀ ਤਾਂ ਨਹੀਂ ਸੀ ਜੋ ਬੋਲੇ ਕਿ ਉਹਨੇ ਇਹ ਝੰਡਾ ਨਹੀਂ ਹਿਲਾਉਣਾ, ਉਹਨੇ ਨਾਰਾ ਨਹੀਂ ਲਾਉਣਾ। ਬੱਚਿਆਂ ਵਾਲੀ ਬੱਸ ਸੰਘਣਾ ਧੂਆਂ ਪਿੱਛੇ ਛੱਡਦੀ ਤੁਰ ਗਈ। ਧੂਆਂ ਹਵਾ 'ਚ ਘੁਲ ਕੇ ਲੋਪ ਹੁੰਦਿਆਂ ਹੀ ਬੱਸ ਦੇ ਪਿੱਛੇ ਲੁਕੀ ਹੋਈ ਤਸਵੀਰ ਉਹਦੀਆਂ ਅੱਖਾਂ ਦੇ ਸਿੱਧੀ ਸਾਹਮਣੇ ਉਜਾਗਰ ਹੋ ਗਈ। ਕਿਸੇ ਹਿੰਦੁਸਤਾਨੀ ਦੀ ਨਹੀਂ ਸੀ ਲੱਗਦੀ। ਤੇ ਜਦੋਂ ਉਹਦਾ ਇਹ ਬੁੱਤ ਇੱਥੇ ਲਾਇਆ ਗਿਆ ਸੀ, ਉਸ ਦਿਨ ਉਹਨੂੰ ਪਤਾ ਲੱਗਿਆ ਸੀ ਕਿ ਦੇਸ਼ ਆਜ਼ਾਦ ਹੋ ਚੁੱਕਿਆ ਸੀ। ਉਸ ਦਿਨ ਉਹਨੂੰ ਫੁੱਲਾਂ ਦੇ ਹਾਰਾਂ ਨਾਲ ਇੰਨਾ ਲੱਦ ਦਿੱਤਾ ਗਿਆ ਸੀ ਕਿ ਹਾਰਾਂ ਦਾ ਚੱਕਰ ਉਹਦੇ ਮੋਢਿਆਂ ਤੋਂ ਉੱਭਰ ਕੇ ਉਹਦੇ ਸਿਰ ਤੱਕ ਉੱਚਾ ਹੋ ਗਿਆ ਸੀ। ਤੇ ਜਦੋਂ ਹੋਰ ਹਾਰ ਸਿਰ ਉੱਤੇ ਨਾ ਟਿਕੇ ਤਾਂ ਲੋਕਾਂ ਨੇ ਪੈਰਾਂ ਕੋਲ ਰੱਖਣੇ ਸ਼ੁਰੂ ਕਰ ਦਿੱਤੇ ਸਨ।
ਉਸ ਪਿੱਛੋਂ ਉੱਥੇ ਜੁੜੇ ਨੇਤਾਵਾਂ ਨੇ ਅਜਿਹੇ ਦੰਬ ਭਰੇ, ਅਜਿਹੇ ਕੁਫਰ ਲੱਦੇ ਭਾਸ਼ਣ ਕੀਤੇ ਸਨ ਕਿ ਅੱਜ ਵਾਂਗ ਉਹਦਾ ਸਿਰ ਮੱਗ ਉੱਠਿਆ ਸੀ। ਪਰ ਉਸ ਦਿਨ ਉਹ ਕੇਵਲ ਸੁਣ ਹੀ ਸਕਦਾ ਸੀ। ਉਹਦੀ ਅੱਖਾਂ ਮੂਹਰੇ ਫੁੱਲਾਂ ਦੀ ਕੰਧ ਸੀ ਤੇ ਜਦੋਂ ਕੋਈ ਨੇਤਾ ਦੰਬ ਦਾ ਦਿਖਾਵਾ ਕਰਕੇ ਹਟਦਾ ਸੀ, ਲੋਕ ਜੈ ਜੈਕਾਰ ਨਾਲ ਕੰਨ ਬੋਲੇ ਕਰ ਦਿੰਦੇ ਸਨ। ਫਿਰ ਉਹਦੇ ਇੱਕ ਦੋਸਤ ਨੇ ਨੂੰ ਬੋਲਣ ਲਈ ਕਿਹਾ ਗਿਆ ਸੀ। ਉਹਦਾ ਦਿਲ ਕੀਤਾ ਸੀ ਕਿ ਉਹ ਅੱਖਾਂ ਦੁਆਲਿਓਂ ਫੁੱਲ ਤਰੁੰਡ ਸੁੱਟੇ, ਪਰ ਉਹਦੇ ਹੱਥ ਅੱਜ ਵਾਂਗ ਹਿੱਲ ਨਹੀਂ ਸਨ ਰਹੇ। ਉਹਦੇ ਮਿੱਤਰ ਨੇ ਉਹੋ ਜਿਹੀਆਂ ਕੁਝ ਗੱਲਾਂ ਕੀਤੀਆਂ ਸਨ ਜਿਹੋ ਜਿਹੀਆਂ ਅੰਗਰੇਜ਼ਾਂ ਵਿਰੁੱਧ ਮਿਲ ਕੇ ਲੜਾਈ ਲੜਨ ਸਮੇਂ ਕਰਿਆ ਕਰਦੇ ਸਨ। ਉਹਨੇ ਦਿਲ ਦੀ ਪੀੜ ਪ੍ਰਗਟ ਕੀਤੀ ਸੀ ਤੇ ਅਜੇ ਤੱਕ ਗੋਰਿਆਂ ਦੇ ਜ਼ਬਰ ਦਾ ਸ਼ਿਕਾਰ ਬਣੇ ਹੋਏ ਗੁਲਾਮ ਦੇਸ਼ਾਂ ਦਾ ਡਟ ਕੇ ਪੱਖ ਪੂਰਨ ਦੀ ਥਾਂ ਸਾਡੇ ਦੇਸ਼ ਦੇ ਹਾਕਮ ਵੱਲੋਂ ਸਾਮਰਾਜੀਆਂ ਨਾਲ ਮਿੱਤਰਤਾ ਪੱਕੀ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਸੀ। ਉਹਨੇ ਇਹ ਵੀ ਕਿਹਾ ਸੀ ਕਿ ਜਿਸ ਆਜ਼ਾਦੀ ਲਈ ਉਹਦਾ ਦੋਸਤ ਸ਼ਹੀਦ ਹੋਇਆ ਸੀ ਉਹ ਅਜੇ ਨਹੀਂ ਸੀ ਆਈ ਤੇ ਉਹਨੇ ਸ਼ਹੀਦ ਵੱਲੋਂ ਹਿੰਦੁਸਤਾਨੀਆਂ ਨੂੰ ਦਿੱਤਾ ਗਿਆ ਨਾਅਰਾ ਲਾਇਆ ਸੀ। ਜਵਾਬ ਉਹਨਾਂ ਭਰਵਾਂ ਨਹੀਂ ਸੀ। ਸ਼ਾਇਦ ਸੁਣਨ ਵਾਲਿਆਂ ਵਿੱਚੋਂ ਬਹੁਤੇ ਇਹ ਨਹੀਂ ਸੀ ਸਮਝ ਸਕੇ ਕਿ ਉਹ ਕਿਹੜੀ ਆਜ਼ਾਦੀ ਸੀ ਜੋ ਸ਼ਹੀਦ ਮੰਗਦਾ ਸੀ ਤੇ ਜਿਹੜੀ ਅਜੇ ਨਹੀਂ ਸੀ ਆਈ। ਪੱਥਰ ਦੇ ਬੁੱਤ ਦਾ ਦਿਲ ਕੀਤਾ ਕਿ ਉਹ ਆਪਣੇ ਮਿੱਤਰ ਨੂੰ ਆਵਾਜ਼ ਦੇਵੇ, ਪਰ ਅੱਜ ਵਾਂਗ ਉਹਦੇ ਬੁੱਲ ਹਿੱਲ ਕੇ ਰਹਿ ਗਏ ਤੇ ਕੋਈ ਆਵਾਜ਼ ਨਾ ਨਿਕਲੀ। ਉਹਨੇ ਆਪਣਾ ਧਿਆਨ ਮੋੜ ਕੇ ਸਾਹਮਣੇ ਲੱਗੀ ਬਹੁਤ ਵੱਡੀ ਤਸਵੀਰ ਵੱਲ ਕੀਤਾ ਜੋ ਕਿਸੇ ਹਿੰਦੁਸਤਾਨੀ ਦੀ ਨਹੀਂ ਸੀ ਜਾਪਦੀ। ਸ਼ਾਇਦ ਹੇਠਾਂ ਕੁਝ ਲਿਖਿਆ ਵੀ ਹੋਇਆ ਸੀ। ਅੱਖਾਂ ਚੌੜੀਆਂ ਕਰਕੇ ਵੇਖਣ ਦੇ ਬਾਵਜੂਦ ਉਹ ਪੜ੍ਹ ਨਾ ਸਕਿਆ। ਇੱਕ ਸ਼ੂਕਦੀ ਹੋਈ ਕਾਰ ਆਈ ਤੇ ਲੰਘਦੀ ਹੋਈ ਦਾ ਉਹਦੀ ਬੱਤੀ ਦਾ ਚਾਨਣ ਤਸਵੀਰ ਉੱਤੇ ਪਿਆ। ਇਹ ਕੋਈ ਅੰਗਰੇਜ਼ ਨਾਮ ਸੀ ਤੇ ਕੱਲ ਆਉਣ ਵਾਲਾ ਮਹਿਮਾਨ ਹੋਏਗਾ, ਪੱਥਰ ਦੇ ਬੁੱਤ ਨੇ ਸੋਚਿਆ। ਉਹਨੇ ਨਜ਼ਰ ਤਸਵੀਰ ਤੋਂ ਲਾਂਭੇ ਕਰ ਲਈ। ਉਹਨੇ ਅੱਖਾਂ ਹੋਰ ਸੱਜੇ ਵੱਲ ਘੁਮਾਈਆਂ। ਇੱਕ ਬੜੇ ਵੱਡੇ ਕੱਪੜੇ ਉੱਤੇ ਸੁਨਹਿਰੀ ਅੱਖਰਾਂ 'ਚ ਲਿਖਿਆ ਹੋਇਆ ਸੀ, ਪਿਆਰੇ ਮਹਿਮਾਨ, ਭਾਰਤ ਦੇ ਸਭ ਤੋਂ ਉੱਘੇ ਬਾਜ਼ਾਰ ਦੇ ਵਪਾਰੀਆਂ ਵੱਲੋਂ ਨਿੱਘਾ ਸਵਾਗਤ। ਪੱਥਰ ਦੇ ਬੁੱਤ ਦਾ ਜੀ ਗਿਲਾਨੀ ਨਾਲ ਭਰਿਆ ਹੋਣ ਦੇ ਬਾਵਜੂਦ ਮੁਸਕਰਾਉਣ ਨੂੰ ਕੀਤਾ। ਉਹਨੇ ਸੋਚਿਆ ਇਹ ਤਾਂ ਉਸ ਤਬਕੇ ਦੇ ਸਿੱਧੇ ਵਾਰਸ ਹਨ ਜਿਨੇ ਉਹਦੇ ਆਪਣੇ ਦਿਨਾਂ ਵਿੱਚ ਵੀ ਅਣਖਾਣ ਨੂੰ ਬਾਜ਼ਾਰ ਵਿੱਚ ਵਿਕਣਯੋਗ ਚੀਜ਼ ਸਮਝ ਰੱਖਿਆ ਸੀ। ਆਲੇ ਦੁਆਲੇ ਦੇ ਸਾਰੇ ਖੰਭਿਆਂ ਉੱਤੇ, ਗੋਲ ਬਾਜ਼ਾਰ ਦੇ ਸਾਰੇ ਥੰਮਾਂ ਉੱਤੇ ਝਾਲਰਾਂ ਵਾਲੇ ਰੰਗਦਾਰ ਕੱਪੜੇ ਲਟਕ ਰਹੇ ਸਨ। ਉਸ ਦਿਨ ਦੋਸਤ ਦੇ ਭਾਸ਼ਣ ਵਿੱਚ ਉਹਨੂੰ ਪਤਾ ਲੱਗਿਆ ਸੀ ਕਿ ਜਾਂਦੇ ਹੋਏ ਅੰਗਰੇਜ਼ ਦੀ ਚਲਾਕੀ ਕਰਕੇ ਹਿੰਦੁਸਤਾਨ ਦੇ 2 ਟੋਟੇ ਹੋ ਗਏ ਸਨ। ਲੱਖਾਂ ਬੰਦੇ ਕਤਲ ਹੋਏ ਸਨ ਤੇ ਲੱਖਾਂ ਉਜੜੇ ਸਨ। ਅਜੇ ਤੱਕ ਦੋਵੇਂ ਟੋਟਿਆਂ ਵਿਚਾਲੇ ਦੁਸ਼ਮਣੀ ਬਣੀ ਹੋਈ ਸੀ। ਅੰਗਰੇਜ਼ ਦੇ ਬੀਜੇ ਹੋਏ ਜ਼ਹਿਰੀਲੇ ਵੀ ਫਲ ਰਹੇ ਸਨ। ਹਿੰਦੁਸਤਾਨ ਅਜੇ ਵੀ ਮਲਕਾ ਦੀ ਸਰਦਾਰੀ ਹੇਠ ਬਣੀ ਪਹਿਲਾਂ ਦੇ ਗੁਲਾਮ ਦੇਸ਼ਾਂ ਦੀ ਕਾਮਨਵੈਲਥ ਦਾ ਮੈਂਬਰ ਸੀ। ਸ਼ਾਇਦ ਇਹ ਝਾਲਰਾਂ ਵਾਲੇ ਰੰਗਦਾਰ ਕੱਪੜੇ ਉਹਨਾਂ ਜ਼ਹਿਰੀਲੇ ਸਿੱਟਿਆਂ ਉੱਤੇ ਪਰਦਾ ਪਾਉਣ ਲਈ ਲਟਕਾਏ ਗਏ ਸਨ। ਕਿੰਨਾ ਮਾਣ ਹੈ ਦੇਸ਼ ਨੂੰ ਆਪਣੇ ਗੁਲਾਮ ਬੀਤੇ ਹੋਏ ਤੇ ਕਿੰਨੀ ਮਿਹਰ ਹੈ ਦੇਸ਼ ਨੂੰ ਆਪਣੇ ਪਹਿਲਾਂ ਦੇ ਹਾਕਮਾਂ ਉੱਤੇ। ਹੋਰ ਥੋੜਾ ਸੱਜੇ ਵੱਲ ਇੱਕ ਵੱਡੇ ਫੱਟੇ ਉੱਤੇ ਅੰਗਰੇਜ਼ੀ 'ਚ ਲਿਖਿਆ ਹੋਇਆ ਸੀ, ਪਿਆਰੇ ਦੋਸਤ, ਜੀ ਆਇਆਂ ਨੂੰ। ਫੱਟੇ ਦੇ ਹੇਠਾਂ ਅੰਗਰੇਜ਼ੀ ਦੇ ਅਖਬਾਰ ਦਾ ਨਾਂ ਜਗ ਕੇ ਬੁੱਝ ਕੇ ਜਗ ਕੇ ਆਪਣੇ ਵੱਲ ਧਿਆਨ ਖਿੱਚ ਰਿਹਾ ਸੀ। ਪੱਥਰ ਦੇ ਬੁੱਤ ਦੇ ਯਾਦ ਆਇਆ ਉਸ ਦਿਨ ਉਹਦੇ ਦੋਸਤ ਨੇ ਆਪਣੇ ਭਾਸ਼ਣ ਵਿੱਚ, ਜੋ ਲੋਕਾਂ ਦੇ ਬਹੁਤਾ ਸਮਝ ਨਹੀਂ ਸੀ ਪਿਆ ਤੇ ਬਹੁਤਾ ਪਸੰਦ ਨਹੀਂ ਸੀ ਆਇਆ, ਦੱਸਿਆ ਸੀ ਕਿ ਉਹਨਾਂ ਦੀ ਟੋਲੀ ਉੱਤੇ ਬਣੇ ਮੁਕੱਦਮੇ 'ਚ ਵਾਧਾ ਮੁਆਫ ਗਵਾਹ ਬਣਨ ਵਾਲਾ ਬੰਦਾ ਇਸ ਅਖਬਾਰ 'ਚ ਕਿਸੇ ਵੱਡੀ ਪਦਵੀ ਉੱਤੇ ਹੈ। ਬੁੱਤ ਦਾ ਜੀ ਉੱਧਰ ਥੁੱਕਣ ਨੂੰ ਕੀਤਾ, ਪਰ ਉਹਦਾ ਸੰਗ ਤਾਂ ਪੱਥਰ ਦਾ ਬਣਿਆ ਸੀ। ਉਹਨੇ ਨਜ਼ਰ ਹੋਰ ਸੱਜੇ ਪਾਸੇ ਵੱਲ ਫੇਰੀ। ਗੋਲ ਚੱਕਰ ਵਿੱਚੋਂ ਸੱਜੇ ਵੱਲ ਪਾਟ ਦੀ ਸੜਕ ਉੱਤੇ ਲਿਖਿਆ ਹੋਇਆ ਸੀ, ਪਾਰਲੀਮੈਂਟ ਸਟਰੀਟ। ਉਸੇ ਪਾਰਲੀਮੈਂਟ ਹਾਊਸ ਵੱਲ ਜਾਂਦੀ ਸੜਕ ਜਿਸ 'ਚ ਉਹਨੇ ਤੇ ਉਹਦੇ ਦੋਸਤਾਂ ਨੇ ਬੰਬ ਸੁੱਟਿਆ ਸੀ ਧਮਾਕਾ ਕਰਨ ਲਈ। ਉਹ ਆਪਣੇ ਦੇਸ਼ ਦੀ ਜਾਗ ਬਾਰੇ ਦੱਸਣਾ ਚਾਹੁੰਦੇ ਸਨ। ਉਹਨੇ ਮਾਣ ਨਾਲ ਸੜਕ ਦੇ ਨਾਮ ਵਾਲੀ ਫੱਟੀ ਉੱਤੇ ਨਜ਼ਰ ਹਟਾਈ। ਉਹ ਹੋਰ ਸੱਜੇ ਵੇਖਣਾ ਚਾਹੁੰਦਾ ਸੀ, ਪਰ ਉਹਦੀਆਂ ਅੱਖਾਂ ਹੋਰ ਨਹੀਂ ਸਨ ਘੁੰਮ ਸਕਦੀਆਂ ਤੇ ਉਹਦੀ ਗਿੱਚੀ ਪੱਥਰ ਦੀ ਸੀ। ਉਹਨੇ ਨਜ਼ਰ ਮੋੜ ਕੇ ਫੇਰ ਸਾਹਮਣੇ ਕਰ ਲਈ। ਸਾਹਮਣੇ ਉਹੀ ਬੜੀ ਵੱਡੀ ਤਸਵੀਰ ਮੁਸਕਰਾ ਰਹੀ ਸੀ। ਉਹਦਾ ਜੀ ਕੀਤਾ ਕਿ ਉਸ ਕੋਲ ਅੱਜ ਵੀ ਉਸ ਦਿਨ ਵਾਂਗ ਬੰਬ ਹੋਵੇ ਧਮਾਕਾ ਕਰਨ ਲਈ। ਉਹਨੇ ਆਪਣੀ ਬਾਂਹ ਬੰਬ ਵਗਾਉਣ ਵਾਂਗ ਹਿਲਾਉਣੀ ਚਾਹੀ, ਪਰ ਉਹ ਪੱਥਰ ਦੀ ਸੀ। ਉਹਨੇ ਬੇਵਸੀ 'ਚ ਨੀਵੀਂ ਪਾ ਕੇ ਹੇਠਾਂ ਧਰਤੀ ਵੱਲ ਵੇਖਿਆ। ਉਹਦਾ ਜੀ ਕੀਤਾ ਕਿ ਗਿੱਲੇ ਘਾਹ ਵਿੱਚੋਂ ਮਿੱਟੀ ਚੁੱਕ ਕੇ ਉਹ ਤਸਵੀਰ ਉੱਤੇ ਕਾਟਾ ਮਾਰ ਦੇਵੇ, ਪਰ ਉਹਦੇ ਪੈਰ ਪੱਥਰ ਦੇ ਸਨ। ਉਹਨੂੰ ਮਹਿਸੂਸ ਹੋਇਆ ਕਿ ਉਹਦੀ ਬੇਵਸੀ ਪੋਹ ਮਾਘ ਦੀ ਠੰਡ ਵਾਂਗ ਉਹਦੇ ਭਖੇ ਹੋਏ ਸਿਰ ਨੂੰ ਚੜ੍ਹ ਰਹੀ ਹੈ। ਇੱਕ ਵਾਰ ਪਹਿਲਾਂ ਵੀ ਉਹਨੂੰ ਪੋਹ ਮਾਘ ਦੀ ਠੰਡ ਚੜ੍ਹੀ ਸੀ। ਉਸ ਸਮੇਂ ਉਹਦੇ ਗਰਮ ਦਿਮਾਗ ਨੂੰ ਠੰਡਾ ਕਰਨ ਲਈ ਅੰਗਰੇਜ਼ਾਂ ਵੱਲੋਂ ਉਹਨੂੰ ਬਰਫ਼ ਦੀਆਂ ਸੇਲਾਂ ਉੱਤੇ ਪਾਇਆ ਗਿਆ ਸੀ। ਉਹਦਾ ਤਨ ਤਾਂ ਠਰ ਕੇ ਕੱਕਰ ਹੁੰਦਾ ਗਿਆ ਸੀ
ਪਰ ਉਹਦਾ ਮਨ ਹੋਰ ਤਪਦਾ ਗਿਆ ਸੀ। ਪਰ ਅੱਜ ਕ੍ਰੋਧ ਦੀ ਗਰਮੀ ਨਾਲ ਉਹਦੇ ਸਿਰ 'ਚ ਬਣੀ ਭਾਫ ਆਪਣੇ ਬੀਤੇ ਵੱਲ ਪਿੱਠ ਕਰਕੇ ਖਲੋਤੇ ਆਪਣੇ ਦੇਸ਼ ਵੱਲ ਵੇਖਦਿਆਂ ਬੇਵਸੀ ਦੀ ਠੰਡ ਨਾਲ ਠਰ ਕੇ ਪਾਣੀ ਬਣ ਗਈ ਤੇ 2 ਬੂੰਦਾਂ ਬਣ ਕੇ ਉਹਦੀਆਂ ਨਿਵੀਆਂ ਹੋਈਆਂ ਅੱਖਾਂ ਵਿੱਚੋਂ ਬਾਹਰ ਰੁੜ ਗਈ। ਉਹਦਾ ਚਿਹਰਾ ਹੁਣ ਫੇਰ ਪੱਥਰ ਦਾ ਬਣ ਚੁੱਕਿਆ ਸੀ। ਅਗਲੇ ਦਿਨ ਉੱਥੋਂ ਲੰਘਦੇ ਲੋਕਾਂ ਨੇ ਵੇਖਿਆ ਪੱਥਰ ਦੇ ਬੁੱਤ ਦੀ ਗਰਦਨ ਝੁਕੀ ਹੋਈ ਸੀ। ਧੰਨਵਾਦ। ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਹੈ ਲਹਿੰਦਾ ਵੇਲਾ ਚੜ੍ਹਦਾ ਵੇਲਾ। ਦਫ਼ਤਰ ਦੇ ਵਿਹੜੇ 'ਚ ਕੁਝ ਭੀੜ ਜੀ ਲੱਗੀ ਹੋਈ ਹੈ। 5-5 4-4 ਦੀਆਂ ਟੋਲੀਆਂ ਬਣਾ ਕੇ ਲੋਕ ਚੁੱਪ ਤੇ ਅੱਧ ਚੁੱਪ ਖੜੇ ਹੋਏ ਹਨ। ਸਭਨਾਂ ਦੇ ਮੂੰਹਾਂ ਉੱਤੇ ਉਦਾਸੀ ਦਾ ਲੇਪ ਹੈ। ਉਹਦਾ ਮੱਥਾ ਠਣਕਦਾ ਹੈ। ਆਮ ਕਰਕੇ ਉਹਦੇ ਦਫ਼ਤਰ ਦੇ ਵਿਹੜੇ 'ਚ ਲੋਕ ਇਸ ਤਰ੍ਹਾਂ ਨਹੀਂ ਖਲੋਂਦੇ। ਖਲੋਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਆਏ, ਹਾਜ਼ਰੀ ਰਜਿਸਟਰ ਉੱਤੇ ਦਸਖਤ ਕੀਤੇ ਤੇ ਜਾ ਕੇ ਆਪੋ ਆਪਣੇ ਕੰਮ ਲੱਗ ਗਏ। ਉਹਦਾ ਦਿਲ ਇੱਕਦਮ ਕੋਈ ਚੰਦਰੀ ਖਬਰ ਸੁਣਨ ਦੇ ਭੈ ਨਾਲ ਧੜਕਣ ਲੱਗਦਾ ਹੈ। ਬੱਸ ਸਟਾਪ ਤੋਂ ਦਫ਼ਤਰ ਤੱਕ ਆਉਂਦਿਆਂ ਸਿੱਧੀਆਂ ਪੈਂਦੀਆਂ ਸੂਰਜ ਦੀਆਂ ਕਿਰਨਾਂ ਨਾਲ ਨਿੱਘੇ ਹੋਏ ਉਹਦੇ ਸਰੀਰ ਉੱਤੇ ਜਿਵੇਂ ਠੰਡੇ ਪਾਣੀ ਦੇ ਛਿੱਟੇ ਛਿੜਕੇ ਗਏ ਹੋਣ। ਉਹਦਾ ਮਨ ਜੋ ਸਵੇਰੇ ਸਵੇਰੇ ਕੰਮ 'ਚ ਜੁਟ ਜਾਣ ਲਈ ਸ਼ਕਤੀ ਦਾ ਕੋਈ ਠਾਠਾ ਮਾਰਦਾ ਦਰਿਆ ਹੁੰਦਾ ਹੈ, ਇੱਕਦਮ ਮੱਠਾ ਪੈ ਜਾਂਦਾ ਹੈ। ਉਹਦੇ ਪੈਰ ਬੋਝਲ ਹੋ ਕੇ ਤੁਰਨ ਲੱਗਦੇ ਹਨ। ਉਹ ਭੀੜ ਕੋਲ ਪੁੱਜਦਾ ਹੈ। ਸੰਤ ਰਾਮ ਜੀ ਚੱਲ ਵਸੇ, ਸੰਤ ਰਾਮ ਜੀ ਚੱਲ ਵਸੇ। ਭਲਾ ਇਹ ਕਿਵੇਂ ਹੋ ਸਕਦਾ? ਕੱਲ ਸ਼ਾਮੀ ਤਾਂ ਦਫ਼ਤਰੋਂ ਨਿਕਲਦੇ ਸਮੇਂ ਸੰਤ ਰਾਮ ਉਹਨੂੰ ਮਿਲਿਆ ਸੀ। ਉਹ ਚੰਗਾ ਭਲਾ ਸੀ। ਸੁੱਖ ਸਾਂਦਵੀ ਦੀ ਪੁੱਛ ਪਛਾਈ ਹੋਈ ਸੀ। 1-2 ਨਿੱਕੀਆਂ ਮੋਟੀਆਂ ਗੱਲਾਂ ਹੋਈਆਂ ਸੀ। ਇੱਕ ਅੱਧ ਛੋਟਾ ਮੋਟਾ ਹਾਸਾ ਮਖੌਲ ਵੀ ਹੋਇਆ ਸੀ ਤੇ ਫਿਰ ਉਹ ਆਪਣੇ ਰਾਹ ਪਏ ਸੀ। ਕੌਣ? ਆਪਣਾ ਸੰਤ ਰਾਮ। ਉਹਦਾ ਸ਼ੱਕ ਦੂਰ ਨਹੀਂ ਸੀ ਹੋਇਆ ਲੱਗਦਾ। ਸ਼ਾਇਦ ਕੋਈ ਹੋਰ ਸੰਤ ਰਾਮ ਚੱਲ ਵਸਿਆ ਹੋਵੇ। ਹਾਂ ਬਈ, ਆਪਣਾ ਸੰਤ ਰਾਮ, ਕੋਈ ਜਵਾਬ ਦਿੰਦਾ। ਹੱਦ ਹੋ ਗਈ। ਕੱਲ ਸ਼ਾਮ ਉਹ ਬਿਲਕੁਲ ਰਿਸ਼ਟ ਪੁਸ਼ਟ ਸੀ, ਠੀਕ ਠਾਕ। ਉਹ ਹੋਰਾਂ ਨਾਲ ਗੱਲ ਕਰਨ ਦੀ ਥਾਂ ਜਿਵੇਂ ਆਪਣੇ ਆਪ ਨੂੰ ਬਹੁਤਾ ਕਹਿ ਰਿਹਾ ਹੋਵੇ। ਸ਼ਾਮ ਕੀ ਰਾਤ ਤੱਕ ਉਹ ਠੀਕ ਠਾਕ ਸੀ। ਕਹਿੰਦੇ ਖਾਣਾ ਵਾਣਾ ਨਿੱਤ ਵਾਂਗ ਖਾਧਾ। ਫਿਰ ਅਚਾਨਕ ਕਹਿਰ ਦਾ ਦਰਦ ਉੱਠਿਆ। ਉਹ ਚਾਕੂ ਵਾਂਗ ਇਕੱਠਾ ਹੋ ਗਿਆ, ਗੁੱਛਾ ਮੁੱਛਾ। ਗੁਆਂਢੀਆਂ ਦੀ ਕਾਰ 'ਚ ਪਾ ਕੇ ਹਸਪਤਾਲ ਵੱਲ ਭੱਜੇ। ਕਹਿੰਦੇ ਰਾਹ 'ਚ ਹੀ ਉਹਦਾ ਸਰੀਰ ਨਤਾਣਾ ਹੋ ਗਿਆ ਤੇ ਹੱਥ ਪੈਰ ਠੰਡੇ ਹੋ ਗਏ। ਕੋਈ ਹੋਰ ਜਿਵੇਂ ਉਹਦੀ ਆਪਣੇ ਆਪ ਨੂੰ ਕਹੀ ਹੋਈ ਗੱਲ ਦਾ ਜਵਾਬ ਦਿੰਦਾ ਹੈ। ਉਹ ਕਿੰਨੇ ਪਲਾਂ ਤੋਂ ਰਤਾ ਕੋ ਖੁੱਲੇ ਬੁੱਲਾਂ 'ਚ ਉਹ ਸਿਰਫ ਇੰਨਾ ਹੀ ਆਖਦਾ ਹੈ। ਸਾਰੀ ਗੱਲ ਮੁੱਕ ਗਈ ਜਾਣ ਕੇ ਹੌਲੀ ਹੌਲੀ ਆਪਣੇ ਕਮਰੇ ਵੱਲ ਤੁਰ ਪੈਂਦਾ ਹੈ। ਉਹਨੇ ਸਿਰੇ ਦੀ ਗੱਲ ਸੁਣ ਲਈ ਸੀ ਤੇ ਹੁਣ ਕਹਿਣ ਸੁਣਨ ਲਈ ਹੋਰ ਕੀ ਰਹਿ ਗਿਆ ਸੀ। ਇੱਕਦਮ ਉਹਨੂੰ ਆਪਣਾ ਬਾਬਾ ਯਾਦ ਆਉਂਦਾ ਹੈ। ਜਦੋਂ ਕਦੀ ਪਿੰਡ 'ਚ ਕੋਈ ਮੌਤ ਅਚਾਨਕ ਹੋ ਜਾਂਦੀ, ਉਹ ਅਕਸਰ ਕਿਹਾ ਕਰਦਾ ਸੀ, ਲੈ ਬਈ ਮਰਨ ਖਾਤਰ ਕੀ ਘੋੜੇ ਬੀੜਨੇ ਹੁੰਦੇ ਨੇ। ਤੇ ਕੱਲ ਸੰਤ ਰਾਮ ਹੈ ਸੀ, ਅੱਜ ਸੰਤ ਰਾਮ ਨਹੀਂ ਸੀ। ਕੱਲ ਮੌਤ ਦਾ ਪਰਛਾਵਾਂ ਤੱਕ ਸੰਤ ਰਾਮ ਦੇ ਨੇੜੇ ਤੇੜੇ ਨਹੀਂ ਸੀ। ਅੱਜ ਜ਼ਿੰਦਗੀ ਦਾ ਕਿਣਕਾ ਮਾਤਰ ਉਸ 'ਚ ਬਾਕੀ ਨਹੀਂ ਸੀ ਰਹਿ ਗਿਆ। ਕੱਲ ਸੰਤ ਰਾਮ 84 ਲੱਖ ਜੂਨ ਵਿੱਚੋਂ ਸਿਰਤਾਜ ਜੂਨ ਵਾਲਾ ਸੀ ਤੇ ਅੱਜ ਉਹ ਮਿੱਟੀ ਦੀ ਢੇਰੀ ਹੈ। ਠੀਕ ਹੀ, ਮਰਨ ਖਾਤਰ ਕੋਈ ਘੋੜੇ ਨਹੀਂ ਬੀੜਨੇ ਹੁੰਦੇ। ਉਹ ਆਪਣਾ ਬੈਗ ਮੇਜ਼ ਉੱਤੇ ਰੱਖਦਾ ਹੈ, ਹੱਥ ਉੱਤੇ ਹੱਥ ਰੱਖ ਕੇ ਬੈਠ ਜਾਂਦਾ ਹੈ। ਕੁਝ ਚਿਰ ਪਿੱਛੋਂ ਉਹ ਬੈਗ ਖੋਲ੍ਹਦਾ ਹੈ, ਚਾਬੀਆਂ ਕੱਢਦਾ ਹੈ। ਉਹ ਮੇਜ਼ ਦੇ ਡਰਾਅਰ ਖੋਲ੍ਹਦਾ ਹੈ ਤੇ ਫਿਰ ਚਾਬੀਆਂ ਦਾ ਗੁੱਛਾ ਅਲਮਾਰੀ ਦੇ ਤਾਲੇ ਦੀ ਮੋਰੀ 'ਚ ਫਸਿਆ ਰਹਿਣ ਦਿੰਦਾ ਹੈ। ਉਹ ਕੰਮ ਵਾਲੀ ਫਾਈਲ ਚੁੱਕਦਾ ਹੈ ਪਰ ਉਹਦੀ ਸੁਰਤ ਫਾਈਲ ਉੱਤੇ ਟਿਕਦੀ ਨਹੀਂ। ਉਹ ਫਾਈਲ ਬੰਦ ਕਰ ਦਿੰਦਾ ਹੈ ਤੇ ਫਿਰ ਹੱਥ ਉੱਤੇ ਹੱਥ ਰੱਖ ਕੇ ਬੈਠ ਜਾਂਦਾ ਹੈ। ਉਹਨੂੰ ਲੱਗਦਾ ਜਿਵੇਂ ਉਹਦੀ ਸਾਹ ਵਾਲੀ ਨਾਲੀ ਭੀੜੀ ਹੋ ਗਈ ਹੋਵੇ ਜਾਂ ਉਸ 'ਚ ਕੋਈ ਚੀਜ਼ ਫਸ ਗਈ ਹੋਵੇ। ਉਹ ਫੋਨ ਚੁੱਕਦਾ ਹੈ ਤੇ ਕੈਂਟੀਨ ਤੋਂ ਨਿੰਬੂ ਵਾਲੀ ਚਾਹ ਮੰਗਦਾ ਹੈ। ਚਾਹ ਗਰਮ ਹੈ, ਚੀਨੀ ਵੀ ਠੀਕ ਪਾਈ ਹੋਈ ਹੈ ਪਰ ਸਵਾਦ ਨਹੀਂ। ਸ਼ਾਇਦ ਨਿਚੋੜਿਆ ਗਿਆ ਨਿੰਬੂ ਬਹੁਤ ਕੱਚਾ ਸੀ। ਚਾਹ ਬੇਵੱਤੀ ਤੇ ਬੇਸਵਾਦੀ ਜਿਹੀ ਹੈ, ਕੱਚਾ ਕੱਚਾ ਕਸੈਲਾ ਸਵਾਦ। ਉਹ ਕੁਝ ਘੁੱਟਾਂ ਭਰਦਾ ਹੈ, ਬਾਕੀ ਚਾਹ ਗਲਾਸ 'ਚ ਉਸੇ ਤਰ੍ਹਾਂ ਹੀ ਪਈ ਰਹਿੰਦੀ ਹੈ। ਫੋਨ ਦੀ ਘੰਟੀ ਵੱਜਦੀ ਹੈ। ਕੁਝ ਚਿਰ ਪਿੱਛੋਂ ਦਫ਼ਤਰ ਦੀ ਬੱਸ ਸੰਤ ਰਾਮ ਦੇ ਘਰ ਜਾਣੀ ਹੈ। ਸੰਤ ਰਾਮ ਦੇ ਘਰ ਅੱਗੇ ਸੜਕ ਉੱਤੇ ਬਹੁਤ ਲੋਕ ਬੈਠੇ ਹੋਏ ਹਨ। ਔਰਤਾਂ ਘਰ ਦੇ ਅੰਦਰ ਬੈਠੀਆਂ ਹਨ ਜਿੱਥੇ ਰੋਣ ਕੁਰਲਾਣ ਪਿਆ ਹੋਇਆ ਹੈ। ਇਹ ਸੰਤ ਰਾਮ ਦੇ ਦਫ਼ਤਰ ਦੇ ਸਾਥੀ ਨੇ। ਸੰਤ ਰਾਮ ਦਾ ਭਾਈ ਜੋ ਦਫ਼ਤਰ ਦੇ ਕਈ ਲੋਕਾਂ ਨੂੰ ਜਾਣਦਾ ਪਛਾਣਦਾ ਹੈ, ਕੋਲ ਬੈਠੇ ਲੋਕਾਂ ਨੂੰ ਦੱਸਦਾ ਹੈ। ਕੁਝ ਮਿੰਟਾਂ ਦੀ ਚੁੱਪ ਪਿੱਛੋਂ ਕੋਈ ਆਖਦਾ, ਚਲੋ ਮੂੰਹ ਵੇਖ ਲਈਏ। ਉਹ ਸਾਰੇ ਉੱਠ ਖਲੋਂਦੇ ਹਨ। ਧੋਤੇ ਜਾਣ ਸਦਕਾ ਗਿੱਲੇ ਹੋਏ ਫਰਸ਼ ਉੱਤੇ ਕਮਰੇ ਦੇ ਵਿਚਕਾਰ ਸੰਤ ਰਾਮ ਦੀ ਦੇਹ ਪਈ ਹੈ। ਉੱਤੇ ਚਿੱਟੀ ਚਾਦਰ, ਮੂੰਹ ਨੰਗਾ, ਸਿਰ ਕੋਲ ਧੂਫ ਧੁਖ ਰਹੀ ਹੈ। ਉਹਨੂੰ ਪੈਰਾਂ ਵਿੱਚੋਂ ਦੀ ਸੀਤ ਜਿਹਾ ਚੜ੍ਹਦਾ ਹੈ ਤੇ ਉਹ ਬਾਹਰ ਆ ਜਾਂਦਾ ਹੈ। ਹੌਲੀ ਹੌਲੀ ਹੋਰ ਵੀ ਸਾਰੇ ਬਾਹਰ ਆ ਜਾਂਦੇ ਹਨ। ਹੁਣ ਪ੍ਰੋਗਰਾਮ ਕਿਸ ਤਰ੍ਹਾਂ ਹੈ? ਉਹ ਸੰਤ ਰਾਮ ਦੇ ਭਾਈ ਨੂੰ ਪੁੱਛਦੇ ਆ। ਇੱਕ ਭੈਣ ਕਰਨਾਲ ਹੈ, ਉਹਨੂੰ ਲੈਣ ਆਦਮੀ ਗਿਆ ਹੋਇਆ ਤੇ ਜੋ ਵੇਲੇ ਸਿਰ ਆ ਗਈ ਤਾਂ ਠੀਕ ਹੈ, ਜੇ ਉਹ ਨਾ ਵੀ ਆਈ ਤਾਂ ਵੀ ਉਹ ਘਰੋਂ 3 ਵਜੇ ਨਿਗਮਬੋਧ ਘਾਟ ਵੱਲ ਤੁਰ ਪੈਣਗੇ। ਉਹ ਵਾਪਸ ਆ ਜਾਂਦੇ ਹਨ। ਕੰਮ ਕਰਨ ਵਾਲਾ ਮਨ ਹੀ ਨਹੀਂ ਰਹਿ ਗਿਆ। ਉਹ ਆਪਣੇ ਕਮਰੇ 'ਚੋਂ ਉੱਠ ਕੇ ਤਨੇਜਾ ਸਾਹਿਬ ਦੇ ਕਮਰੇ 'ਚ ਚਲਾ ਜਾਂਦਾ ਹੈ।
ਸੰਤ ਰਾਮ ਤੋਂ ਤੁਰ ਕੇ ਗੱਲ ਹੋਰ ਮੌਤਾਂ ਬਾਰੇ ਹੋਣ ਲੱਗਦੀ ਹੈ। ਫਿਰ ਆਮ ਗੱਲਾਂ ਹੋਣ ਲੱਗਦੀਆਂ। ਸੱਥਰਾਂ ਉੱਤੇ ਵੀ ਅਕਸਰ ਇਸੇ ਤਰ੍ਹਾਂ ਹੀ ਹੁੰਦਾ ਹੈ। ਗੱਲ ਸੱਥਰ ਵਾਲੇ ਦੀ ਮੌਤ ਤੋਂ ਤੁਰ ਕੇ ਮਹਿੰਗਾਈ ਤੇ ਮਿਲਾਵਟ ਤੱਕ, ਜਾਂ ਡਿਪੂ ਤੋਂ ਮਿਲਦੀ ਲਾਲ ਕਣਕ ਤੱਕ ਜਾ ਪੁੱਜਦੀ ਹੈ। ਦਫ਼ਤਰ ਦੀ ਗੱਡੀ ਨੇ 3:30 ਵਜੇ ਨਿਗਮ ਬੋਧ ਘਾਟ ਵੱਲ ਤੁਰਨਾ ਹੈ। 3:15 ਹੋ ਗਏ ਹਨ। ਉਹ ਉੱਠਦਾ ਹੈ ਤੇ ਆਪਣੇ ਕਮਰੇ 'ਚ ਜਾ ਕੇ ਸਭ ਕੁਝ ਸਮੇਟ ਦਿੰਦਾ ਹੈ। ਬਾਕੀ ਦਿਨ ਤਾਂ ਉੱਥੇ ਹੀ ਬੀਤ ਜਾਣਾ ਹੈ। ਹੁਣ ਸੰਤ ਰਾਮ ਦੀ ਦੇਹ ਇੱਕ ਚੌਂਤਰੇ ਤੇ ਪਈ ਹੈ। ਦੂਰ ਨੇੜੇ ਆਦਮੀ ਖਲੋਤੇ ਹਨ ਤੇ ਚੌਂਤਰੇ ਤੋਂ ਕੁਝ ਪਰੇ ਔਰਤਾਂ ਬੈਠੀਆਂ ਹਨ। ਦਫ਼ਤਰ ਦੇ ਸਾਥੀ ਸੰਤ ਰਾਮ ਦੀ ਦੇਹ ਉੱਤੇ ਫੁੱਲ ਮਾਲਾ ਰੱਖਦੇ ਹਨ। ਉਹ ਚੌਂਤਰੇ ਉੱਤੇ ਪਾਏ ਉੱਚੇ ਛੱਪਰ ਦੇ ਥੰਮਲੇ ਨਾਲ ਲੱਗ ਕੇ ਖਲੋ ਜਾਂਦਾ ਹੈ। ਔਰਤਾਂ ਨੇ ਆਪਣੇ ਵਿਚਕਾਰ ਬੈਠੀ ਇੱਕ ਔਰਤ ਨੂੰ ਸੰਭਾਲਿਆ ਹੋਇਆ। ਉਹਦੇ ਵਾਲ ਉਖੜੇ ਹੋਏ ਹਨ, ਚਿਹਰਾ ਭੈ-ਭੀਤ ਹੈ, ਜਾਪਦਾ ਹੈ ਉਹਦੇ ਨੈਣਾਂ ਦੇ ਖੂਹ ਇੱਕ ਵਾਰ ਤੱਕ ਕੁਲੁੰਝੇ ਗਏ ਤੇ ਦੂਜੀ ਵਾਰ ਭਰਨ ਤੱਕ ਸੁੱਕੇ ਪਏ ਹਨ। ਉਹ ਹੋਰ ਬਹੁਤਾ ਚਿਰ ਉੱਧਰ ਨਹੀਂ ਵੇਖ ਸਕਦਾ ਤੇ ਮੂੰਹ ਦੂਜੇ ਪਾਸੇ ਕਰ ਲੈਂਦਾ ਹੈ। ਲੋਕ ਨੇੜੇ ਦੇ ਢੇਰ ਤੋਂ ਲੱਕੜਾਂ ਚੁੱਕ ਕੇ ਲਿਆ ਰਹੇ ਹਨ। ਦੇਹ ਦੇ ਅੰਤਮ ਸੰਸਕਾਰ ਸਮੇਂ ਕੰਮ ਵਿੱਚ ਹੱਥ ਪਾਉਣ ਨੂੰ ਪੁੰਨ ਸਮਝਿਆ ਜਾਂਦਾ ਹੈ। ਪੰਡਤ ਲੱਕੜਾਂ ਚਿਣਨ ਲੱਗਦਾ ਹੈ। ਉਹਨੂੰ ਬੋਝ ਹੀ ਆਉਂਦੀ ਹੈ, ਜਿਵੇਂ ਕੱਪੜਾ ਸੜ ਰਿਹਾ ਹੋਵੇ। ਨਹੀਂ, ਕੱਪੜਾ ਹੀ ਨਹੀਂ, ਜਿਵੇਂ ਕੁਝ ਹੋਰ ਵੀ ਸੜ ਰਿਹਾ ਹੋਵੇ, ਜਿਵੇਂ ਮਾਸ ਸੜ ਰਿਹਾ ਹੋਵੇ। ਉਹ ਦੇਖਦਾ ਇੱਕ ਹੋਰ ਚੌਂਤਰੇ ਦਾ ਧੂੰਆਂ ਹਵਾ ਦੇ ਬੁੱਲੇ ਨਾਲ ਇੱਧਰ ਨੂੰ ਹੋ ਗਿਆ। ਉਹ ਪਾਸੇ ਹੋ ਜਾਂਦਾ ਹੈ, ਦੂਰ ਤੱਕ ਨਜ਼ਰ ਮਾਰਦਾ ਹੈ। ਕਈ ਕਤਾਰਾਂ ਵਿੱਚ ਕਈ ਚੌਂਤਰੇ ਹਨ। ਕਿਸੇ ਉੱਤੇ ਸੁਆਹ ਦਾ ਢੇਰ ਪਿਆ, ਕਿਸੇ ਉੱਤੇ ਅੰਗਿਆਰ ਪਏ ਹਨ, ਕਿਸੇ ਉੱਤੇ ਲਾਟਾਂ ਮੱਚ ਰਹੀਆਂ ਹਨ, ਕਿਸੇ ਉੱਤੇ ਲੱਕੜਾਂ ਚਿਣੀਆਂ ਜਾ ਰਹੀਆਂ ਹਨ। ਥਾਂ ਥਾਂ ਸੋਗ 'ਚ ਡੁੱਬੇ ਹੋਏ ਲੋਕ ਖੜੇ ਹਨ। ਇੱਕ ਚੌਂਤਰੇ ਉੱਤੇ ਪਈ ਸੁਆਹ ਨੂੰ ਕੁਝ ਲੋਕ ਫੁੱਲ ਚੁਗਣ ਲਈ ਪਾਣੀ ਛਿੜਕ ਕੇ ਠੰਡੀ ਕਰ ਰਹੇ। ਇੰਨੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਚੌਂਤਰੇ ਦੀ ਸੁਆਹ ਆਪੇ ਠਰਨ ਦੀ ਉਡੀਕ ਕਿਵੇਂ ਕੀਤੀ ਜਾ ਸਕਦੀ ਹੈ? ਨਾਲੇ ਘਰ ਵਾਲਿਆਂ ਨੇ, ਸਾਗ ਸਕੀਰੀਆਂ ਵਾਲਿਆਂ ਨੇ ਤੇ ਆਂਢੀਆਂ ਗੁਆਂਢੀਆਂ ਨੇ ਵੀ ਤਾਂ ਸਾਰੀਆਂ ਰਸਮਾਂ ਮੁਕਾ ਕੇ ਕੰਮ ਲੱਗਣਾ ਹੁੰਦਾ, ਦੁਕਾਨਾਂ ਖੋਲ੍ਹਣੀਆਂ ਹੁੰਦੀਆਂ, ਦਫ਼ਤਰੇ ਜਾਣਾ ਹੁੰਦਾ। ਉਹ ਚੀਕ ਦੀ ਆਵਾਜ਼ ਨਾਲ ਖਿਆਲਾਂ 'ਚੋਂ ਜਾਗਦਾ ਹੈ। ਪੰਡਤ ਨੇ ਦੇਹ ਲੱਕੜਾਂ ਉੱਤੇ ਰਖਵਾ ਲਈ ਹੈ। ਉਹਨੇ ਦੇਹ ਉੱਪਰਲੇ ਵਾਧੂ ਕੱਪੜੇ ਲਾ ਕੇ ਆਪਣੇ ਲਿਜਾਣ ਲਈ ਪਾਸੇ ਰੱਖ ਲਏ ਹਨ ਤੇ ਬਾਕੀ ਰਹਿੰਦੇ ਕੱਪੜੇ ਮੂੰਹ ਤੋਂ ਲਾ ਕੇ ਅੰਤਮ ਦਰਸ਼ਨ ਕਰਨ ਲਈ ਆਖ ਰਿਹਾ ਹੈ। ਸੰਤ ਰਾਮ ਦੀ ਪਤਨੀ ਚੀਕ ਮਾਰ ਕੇ ਥਾਂ ਡਿੱਗ ਪਈ ਹੈ। ਜਨਾਨੀਆਂ ਪਾਣੀ ਦੀ ਗੜਵੀ ਵਿੱਚੋਂ ਉਹਦੇ ਮੂੰਹ ਤੇ ਛਿੱਟੇ ਮਾਰਦੀਆਂ ਹਨ। ਲੋਕ ਔਰਤਾਂ ਨੂੰ ਸੰਤ ਰਾਮ ਦੀ ਪਤਨੀ ਨੂੰ ਚੁੱਕ ਕੇ ਬਾਹਰ ਲਿਜਾਣ ਲਈ ਆਖਦੇ ਹਨ ਤੇ ਪੰਡਤ ਨੂੰ ਰਾਮ ਦਾ ਨਾਂ ਲੈ ਕੇ ਅੰਤਿਮ ਸੰਸਕਾਰ ਕਰਨ ਦੀ ਸਲਾਹ ਦਿੰਦੇ ਹਨ। ਪੰਡਤ ਸੰਤ ਰਾਮ ਦੇ ਭਾਈ ਨੂੰ ਕੁਝ ਆਖਦਾ ਹੈ। ਉਹ ਧਾਹਾਂ ਮਾਰਦੇ ਇੱਕ ਮੁੰਡੇ ਨੂੰ ਆਸਰਾ ਦੇ ਕੇ ਚੌਂਤਰੇ ਉੱਤੇ ਚੜ੍ਹਦਾ ਹੈ। ਪੰਡਤ ਉਹ ਤੋਂ ਕਈ ਗੇੜੇ ਕਢਵਾਉਂਦਾ ਹੈ, ਕਈ ਥਾਂ ਪਾਣੀ ਦੀਆਂ ਚੂਲੀਆਂ 'ਚ ਡੁਲਾਉਂਦਾ ਹੈ, ਕਈ ਕੁਝ ਹੋਰ ਕਰਵਾਉਂਦਾ ਹੈ। ਆਖਰ ਪੰਡਤ ਇੱਕ ਪਾਸੇ ਮਚਾਈ ਹੋਈ ਛੋਟੀ ਜਿਹੀ ਧੂਣੀ ਵਿੱਚੋਂ ਸਰਕੜੇ ਦਾ ਇੱਕ ਕਲੂਚਾ ਬਾਲ ਕੇ ਉਹਦੇ ਹੱਥ 'ਚ ਦਿੰਦਾ ਹੈ। ਕੋਲ ਖਲੋਤੇ ਹੋਏ ਸਾਰੇ ਲੋਕ ਜ਼ਮੀਨ ਤੋਂ ਕੋਈ ਸੱਕ, ਕੋਈ ਪੱਚਰ, ਕੋਈ ਡੱਕਾ, ਕੋਈ ਕਾਨਾ, ਕੋਈ ਤੀਲਾ ਜੋ ਹੱਥ ਆਉਂਦਾ ਚਿਖਾ 'ਚ ਸੁੱਟ ਕੇ ਤੁਰ ਜਾਂਦੇ ਹਨ। ਦਫ਼ਤਰ ਦੀ ਗੱਡੀ ਤੁਰ ਕੇ ਵੱਡੀ ਸੜਕ ਉੱਤੇ ਆ ਜਾਂਦੀ ਹੈ। ਸਭ ਉੱਤੇ ਇੰਨੀ ਭਿਆਨਕ ਥਾਂ ਤੋਂ ਆਏ ਹੋਣ ਦਾ ਅਸਰ ਹੈ। ਸਭ ਚੁੱਪ ਹਨ। ਅਚਾਨਕ ਜ਼ੋਰ ਦਾ ਧੱਕਾ ਲੱਗਦਾ ਹੈ। ਸੀਟਾਂ ਦੇ ਪਾਸਿਆਂ ਉੱਤੇ ਬੈਠੇ ਲੋਕ ਬੱਸ 'ਚ ਹੇਠਾਂ ਰੁੜ ਜਾਂਦੇ ਹਨ। ਉਹਦਾ ਮੱਥਾ ਸਾਹਮਣੀ ਸੀਟ ਨਾਲ ਵੱਜਦਾ ਹੈ। ਅੱਗੇ ਲੰਘਣ ਦੀ ਕਾਹਲੀ ਕਰਦਾ ਹੋਇਆ ਇੱਕ ਟਰੱਕ ਗੱਡੀ ਨਾਲ ਲੱਗ ਗਿਆ। ਡਰਾਈਵਰ ਗੱਡੀ ਨੂੰ ਤੇਜ਼ ਕਰਕੇ ਟਰੱਕ ਦੇ ਅੱਗੇ ਟੇਢੀ ਲਾ ਦਿੰਦਾ ਹੈ। ਗੱਡੀ ਦਾ 2 ਫੁੱਟ ਸੱਜਾ ਪਾਸਾ ਟਰੱਕ ਦੇ ਖੱਬੇ ਪਾਸੇ ਲੱਗੀ ਹੁੱਕ ਨੇ ਪਾੜ ਸੁੱਟਿਆ। ਸੱਟ ਕਿਸੇ ਨੂੰ ਨਹੀਂ ਲੱਗੀ, ਪਰ ਹੁਣ ਪੁਲਿਸ ਆਏਗੀ ਤਾਂ ਹੀ ਕੋਈ ਨਿਬੇੜਾ ਹੋਏਗਾ। ਉਹ ਘਰ ਪੁੱਜਦਾ ਹੈ। ਖਾਣਾ ਖਾਣ ਦੀ ਰਸਮ ਪੂਰੀ ਕਰਕੇ ਉਹ ਥੱਕਿਆ ਹੋਇਆ ਹੋਣ ਦਾ ਬਹਾਨਾ ਕਰਦਾ ਹੈ ਤੇ ਬਿਸਤਰੇ 'ਚ ਵੜ ਜਾਂਦਾ ਹੈ। ਉਹ ਸਵੇਰ ਦਾ ਅੱਧ ਪੜ੍ਹਿਆ ਅਖਬਾਰ ਫਰੋਲਦਾ ਹੈ। ਕੋਈ ਵੀ ਖਬਰ ਉਹਦੇ ਪੱਲੇ ਨਹੀਂ ਪੈਂਦੀ। ਬੱਚੇ ਦੂਜੇ ਕਮਰੇ 'ਚ ਸੌਣ ਚਲੇ ਗਏ ਹਨ। ਉਹਦੀ ਪਤਨੀ ਸਵੈਟਰ ਦੀਆਂ ਸਲਾਈਆਂ ਪਾਉਣ ਲੱਗਦੀ ਹੈ। ਕੁਝ ਚਿਰ ਉਹ ਬੈਠਾ ਅਖਬਾਰ ਆਪਣੇ ਸਾਹਮਣੇ ਕਰੀ ਰੱਖਦਾ ਤੇ ਆਪਣੀ ਪਤਨੀ ਦੀਆਂ ਨਿੱਕੀਆਂ ਮੋਟੀਆਂ ਗੱਲਾਂ 'ਚ ਹੂੰ ਹਾਂ ਕਰਦਾ ਰਹਿੰਦਾ। ਫਿਰ ਉਹ ਨੀਂਦ ਦਾ ਬਹਾਨਾ ਕਰਕੇ ਕੰਬਲ ਲੈ ਕੇ ਪੈ ਜਾਂਦਾ ਹੈ। ਉਹਦੀ ਪਤਨੀ ਵੀ ਇਕੱਲੀ ਕੀ ਬੁਣੇ। ਉਹ ਉੱਠ ਕੇ ਬੱਤੀ ਬੁਝਾ ਦਿੰਦੀ ਹੈ, ਖਿੜਕੀ ਕੋਲ ਜਾ ਕੇ ਪਰਦਾ ਖਿੱਚ ਦਿੰਦੀ ਹੈ। ਉਹਨਾਂ ਦੀ ਖਿੜਕੀ ਦੇ ਬਿਲਕੁਲ ਸਾਹਮਣੇ ਸੜਕ ਵਾਲੀ ਬੱਤੀ ਹੈ ਤੇ ਉਹ ਇੰਨੇ ਚਿੱਟੇ ਚਾਨਣ 'ਚ ਸੌ ਨਹੀਂ ਸਕਦੀ। ਮੋਟਾ ਪਰਦਾ ਖਿੱਚੇ ਜਾਣ ਸਦਕਾ ਕਮਰਾ ਹਨੇਰਾ ਹੋ ਗਿਆ ਤੇ ਕਮਰੇ ਅੰਦਰ ਹੌਲੀ-ਹੌਲੀ ਚੁੱਪ ਦੀ ਮਾਤਰਾ ਵੱਧਦੀ ਜਾਂਦੀ ਹੈ ਤੇ ਗੱਲਾਂ ਦੀ ਮਾਤਰਾ ਘਟਦੀ ਜਾਂਦੀ ਹੈ। ਫਿਰ ਉਹਦੀ ਪਤਨੀ ਦੇ ਸੁੱਤੇ ਸਾਹਾਂ ਦੀ ਆਵਾਜ਼ ਆਉਣ ਲੱਗਦੀ ਹੈ, ਪਰ ਉਹਨੂੰ ਨੀਂਦ ਨਹੀਂ ਆ ਰਹੀ। ਹਨੇਰੇ ਦੇ ਪਰਦੇ ਉੱਤੇ ਕਈ ਚਿੱਤਰ ਬਣਦੇ ਹਨ ਤੇ ਕਈ ਮਿਟਦੇ ਹਨ। ਉਹ ਆਪਣੇ ਮੱਥੇ ਉੱਤੇ ਹੱਥ ਫੇਰਦਾ ਹੈ। ਅਗਲੀ ਸੀਟ ਉੱਤੇ ਲੱਗਣ ਕਰਕੇ ਮੱਥਾ ਦੱਥੇ ਤੋਂ ਥੋੜਾ ਦੁਖ ਰਿਹਾ ਤੇ ਫਿਰ ਉਹਦੇ ਦਫ਼ਤਰ ਵਾਲੀ ਗੱਡੀ ਟਰੱਕ ਲੱਗਣ ਨਾਲ ਟੇਢੀ ਹੋ ਜਾਂਦੀ ਹੈ ਤੇ ਸਾਹਮਣੀ ਸੀਟ ਟੁੱਟ ਕੇ ਉਹਦੇ ਮੱਥੇ 'ਚ ਖੁੱਭ ਜਾਂਦੀ ਹੈ। ਲਹੂ ਦੀਆਂ ਧਾਰਾਂ ਉਹਦੇ ਕੱਪੜਿਆਂ ਦੇ ਵਗ ਤੁਰਦੀਆਂ ਹਨ। ਆਲੇ ਦੁਆਲੇ ਹਾਈ ਬੌੜੀ ਪਈ ਹੋਈ ਹੈ। ਉਹ ਇਸ ਖਿਆਲ ਨੂੰ ਪਾਸੇ ਛੰਡਦਾ ਹੈ। ਉਹ ਆਪਣਾ ਮੱਥਾ ਫੇਰ ਟੋਂਦਾ ਹੈ, ਕੁਛ ਨਹੀਂ ਹੋਇਆ, ਉਹ ਚੰਗਾ ਭਲਾ ਹੈ।
ਪਰ ਖਿਆਲ ਜ਼ਿੱਦ ਪਈ ਹੋਈ ਮੱਖੀ ਵਾਂਗ ਫਿਰ ਉਹਦੇ ਦੁਆਲੇ ਹੋ ਕੇ ਭਿਣਨ ਕਰਨ ਲੱਗ ਜਾਂਦਾ ਹੈ। ਗੱਡੀ ਨੂੰ ਧੱਕਾ ਜ਼ਰਾ ਵੱਧ ਲੱਗਦਾ ਹੈ, ਕੁਝ ਵੀ ਹੋ ਸਕਦਾ ਹੈ। ਬਾਬੇ ਦੇ ਬੋਲ ਉਹਦੇ ਕੰਨਾਂ 'ਚ ਗੂੰਜਦੇ ਹਨ, ਮਰਨ ਲਈ ਕੀ ਘੋੜੇ ਬੀੜਨੇ ਹੁੰਦੇ ਨੇ। ਨਿਗਮ ਬੋਧ ਦੇ ਚੌਂਤਰੇ ਕੋਲ ਬੈਠੀ ਸੰਤ ਰਾਮ ਦੀ ਪਤਨੀ ਉਹਨੂੰ ਦਿਖਾਈ ਦਿੰਦੀ ਹੈ। ਕੱਲ ਸ਼ਾਮ ਉਹਨੇ ਸੰਤ ਰਾਮ ਦਾ ਰੋਜ਼ ਵਾਂਗ ਸਵਾਗਤ ਕੀਤਾ ਹੋਏਗਾ, ਰੋਜ਼ ਵਾਂਗ ਉਹਨਾਂ ਨੇ ਇਕੱਠਿਆਂ ਰੋਟੀ ਖਾਧੀ ਹੋਏਗੀ। ਫਿਰ ਸੰਤ ਰਾਮ ਦੀ ਪਤਨੀ ਦਾ ਚਿਹਰਾ ਤੇ ਉਹਦੀ ਆਪਣੀ ਪਤਨੀ ਦਾ ਚਿਹਰਾ ਗੱਡ ਮੱਡ ਹੋਣ ਲੱਗਦੇ ਹਨ। ਉਹ ਖਿਆਲ ਨੂੰ ਮੱਖੀ ਵਾਂਗ ਫੇਰ ਉਡਾਉਂਦਾ ਹੈ ਤੇ ਪਾਸਾ ਲੈ ਕੇ ਇਹ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਸੰਤ ਰਾਮ ਦਾ ਮੁੰਡਾ ਉਮਰ ਤੇ ਕੱਦ ਕਾਠ ਦੇ ਪੱਖੋਂ ਬਿਲਕੁਲ ਉਹਦੇ ਆਪਣੇ ਵੱਡੇ ਮੁੰਡੇ ਵਰਗਾ ਹੈ। ਉਸੇ ਤਰ੍ਹਾਂ ਭੂਰੀਆਂ ਮੁੱਛਾਂ, ਠੋਡੀ ਤੇ ਆਈ ਹੋਈ ਲੋਈ, ਕੱਚੀ ਉਮਰ ਦੇ ਪੁੱਤਰ ਤੋਂ ਚਿਖਾ ਦੇ ਗੇੜੇ ਕਢਵਾਉਣਾ, ਚੂਲੀਆਂ ਸਟਵਾਉਣਾ, ਹੋਰ 100 ਪੰਗੇ ਕਰਵਾਉਣਾ ਤੇ ਆਖਰ ਅੱਗ ਦਵਾਉਣਾ ਉਹਨੂੰ ਬੜੀ ਨਿਰਦਈ ਗੱਲ ਲੱਗਦੀ ਹੈ। ਤੇ ਫਿਰ ਸੰਤ ਰਾਮ ਦੇ ਮੁੰਡੇ ਦੀ ਨੁਹਾਰ ਉਹਦੇ ਆਪਣੇ ਵੱਡੇ ਮੁੰਡੇ ਦੀ ਨੁਹਾਰ ਨਾਲ ਗੱਡ ਮੱਡ ਹੋਣ ਲੱਗਦੀ। ਉਹ ਖਿਆਲ ਨੂੰ ਫਿਰ ਮੱਖੀ ਵਾਂਗ ਉਡਾਉਂਦਾ ਹੈ ਤੇ ਦੂਜੇ ਪਾਸੇ ਪਰਨੇ ਹੋ ਜਾਂਦਾ ਹੈ। ਮੌਤ ਕੁਦਰਤ ਨੇ ਅਜੀਬ ਚੀਜ਼ ਬਣਾਈ ਹੈ। ਬਾਬਾ ਕਿਹਾ ਕਰਦਾ ਸੀ, ਰੱਬ ਨੇ ਬੰਦੇ ਨੂੰ ਹੋਰ ਸਾਰਾ ਗਿਆਨ ਸੌਂਪ ਦਿੱਤਾ, ਬਸ ਇੱਕ ਮੌਤ ਦਾ ਭੇਤ ਆਪਣੇ ਕੋਲ ਰੱਖ ਲਿਆ। ਉਹ ਸੋਚਦਾ ਹੈ ਉਂਝੇ ਚੰਗਾ ਹੀ ਹੈ, ਜੇ ਬੰਦੇ ਨੂੰ ਮੌਤ ਦੇ ਦਿਨ ਦਾ ਪਤਾ ਹੋਵੇ ਉਹਦਾ ਸਾਰਾ ਜੀਵਨ ਹੀ ਉਲਾਰ ਹੋ ਜਾਵੇ। ਬਹੁਤੇ ਬੰਦੇ ਤਾਂ ਸੁਰਤ ਸੰਭਾਲਦਿਆਂ ਹੀ ਮੌਤ ਦੇ ਦਿਨ ਦੀ ਉਡੀਕ 'ਚ ਮਰਨ ਲੱਗਣ, ਪਰ ਅਚਾਨਕ ਮੌਤ ਕਿਹੜਾ ਘੱਟ ਬੁਰੀ ਗੱਲ ਹੈ। ਸੰਤ ਰਾਮ ਚੰਗਾ ਭਲਾ ਘਰ ਆਇਆ, ਰੋਜ਼ ਵਾਂਗ ਰੋਟੀ ਖਾਧੀ ਤੇ ਪਲ 'ਚ ਚੱਲਦਾ ਬਣਿਆ। ਬੰਦਾ ਕੋਈ ਸਦਾ ਹੀ ਤਾਂ ਜ਼ਿੰਦਗੀ ਦੀਆਂ ਫਾਈਲਾਂ ਟਿਚਣ ਕਰਕੇ ਨਹੀਂ ਰੱਖਦਾ। ਉਹਨੇ ਦਫ਼ਤਰੀ ਬੋਲੀ 'ਚ ਸੋਚਿਆ, ਕਿੰਨਾ ਖਲਾਰਾ ਬੰਦੇ ਨੇ ਜ਼ਬਾਨੀ ਪਾਇਆ ਹੋਇਆ ਹੁੰਦਾ, ਕੁਛ ਲੈਣਾ, ਕੁਛ ਦੇਣਾ, ਕੋਈ ਸਲਾਹ ਕਰਨੀ, ਕੋਈ ਗੱਲ ਦੱਸਣੀ। ਅਚਾਨਕ ਆਈ ਮੌਤ ਤਾਂ ਸਾਰੀ ਖੇਡ ਹੀ ਲੱਤ ਮਾਰ ਕੇ ਢਾਹ ਦਿੰਦੀ ਹੈ। ਉਹਦੇ ਦਫ਼ਤਰ ਦੇ ਮਹਿੰਦਰ ਸਿੰਘ ਦਾ ਛੋਟਾ ਭਾਈ ਐਕਸੀਡੈਂਟ 'ਚ ਜ਼ਖਮੀ ਹੋਇਆ, ਹਸਪਤਾਲ 'ਚ ਬਾਰ-ਬਾਰ ਕਹਿੰਦਾ ਰਿਹਾ ਸੀ ਕਿ ਉਹ ਪੈਨ ਚੁੱਕ ਕੇ ਉਹਦੀਆਂ ਗੱਲਾਂ ਲਿਖ ਲਵੇ। ਉਹਦੇ ਇੰਪੋਰਟਡ ਘੜੀ ਤੇ ਸੋਨੇ ਦੀ ਛਾਪ ਕੋਈ ਮੰਗ ਕੇ ਲੈ ਗਿਆ ਹੋਇਆ। ਉਹਨੇ ਇੱਕ ਮਿੱਤਰ ਤੋਂ ਕਿੰਨੇ ਪੈਸੇ ਲੈਣੇ ਹਨ, ਇੱਕ ਹੋਰ ਤੋਂ ਕਿੰਨੇ, ਪਰ ਕੋਈ ਭਰਾ ਅਜਿਹੀਆਂ ਗੱਲਾਂ ਪੁੱਛ ਗਿੱਛ ਕੇ ਕਿਵੇਂ ਲਿਖ ਸਕਦਾ ਹੈ। ਤੇ ਮੁੰਡਾ ਮਹਿੰਦਰ ਸਿੰਘ ਨੂੰ ਅਜਿਹੀਆਂ ਗੱਲਾਂ ਗਿਣਾਉਂਦਾ ਹੀ ਮਰ ਗਿਆ ਸੀ। ਅਚਾਨਕ ਮੌਤ ਬੁਰੀ। ਉਹਦਾ ਗੁਆਂਢੀ ਰਾਮ ਲਾਲ 47 ਸਾਲ ਦੀ ਉਮਰ 'ਚ ਦਿਲ ਦੇ ਪਹਿਲੇ ਦੌਰੇ ਨਾਲ ਹੀ ਪਲ 'ਚ ਮਰ ਗਿਆ। 20,000 ਦਾ ਬੀਮਾ, ਪਰ ਆਖਰੀ ਕਿਸ਼ਤ ਤਰੀ ਹੋਈ ਨਹੀਂ ਸੀ। ਤੰਦਰੁਸਤ ਬੰਦਾ ਵੀ ਕਦੀ ਮਰਨ ਵਾਲੇ ਦੀ ਤਿਆਰੀ ਕਰਦਾ ਹੈ। ਉਹਨੇ ਆਪ ਅਜੇ ਪਿਛਲੇ ਮਹੀਨੇ ਬੀਮੇ ਦੀ ਕਿਸ਼ਤ ਭੇਜੀ ਹੈ, ਪਰ ਰਸੀਦ ਪਤਾ ਨਹੀਂ ਘਰ ਆ ਗਈ ਸੀ ਕਿ ਨਹੀਂ। ਉਹ ਆਪਣੀ ਪਤਨੀ ਤੋਂ ਇਹ ਪੁੱਛਣਾ ਹੀ ਭੁੱਲ ਗਿਆ ਸੀ। ਪਤਨੀ ਨੇ ਆਪ ਵੀ ਕੋਈ ਜ਼ਿਕਰ ਨਹੀਂ ਸੀ ਕੀਤਾ। ਉਹ ਬੀਮੇ ਦੀ ਕਿਸ਼ਤ ਲਈ ਕ੍ਰਾਸ ਚੈੱਕ 25 ਪੈਸਿਆਂ ਦੇ ਲਿਫਾਫੇ 'ਚ ਪਾ ਕੇ ਭੇਜ ਦਿਆ ਕਰਦਾ। ਇਹ ਸਧਾਰਨ ਲਿਫਾਫਾ ਤਾਂ ਰਾਹ 'ਚ ਗੁਆਚ ਵੀ ਸਕਦਾ ਹੈ। ਇਹਦੇ ਨਾਲ ਤਾਂ ਆਪ ਜਾ ਕੇ ਪੈਸੇ ਜਮ੍ਹਾਂ ਕਰਵਾ ਕੇ ਹੱਥੀਂ ਰਸੀਦ ਲਿਆਉਣੀ ਚੰਗੀ। ਉਹਦੇ ਤਾਂ ਕਾਫੀ ਪੈਸੇ ਇੱਧਰ ਉੱਧਰ ਹੀ ਵੀ ਖਿੰਡੇ ਹੋਏ ਸਨ। ਪਿਛਲੇ ਮਹੀਨੇ ਚਪੜਾਸੀ ਦੀ ਜਨਾਨੀ ਬੜੀ ਬਿਮਾਰ ਹੋ ਗਈ ਸੀ ਤੇ ਉਹਨੇ ਰੀ ਸੁਣ ਕੇ ਉਹਨੂੰ 200 ਰੁਪਏ ਉਧਾਰੇ ਦੇ ਦਿੱਤੇ ਸੀ, ਤੇ ਨਾ ਕਿਤੇ ਲਿਖੇ ਨਾ ਕਿਸੇ ਨੂੰ ਦੱਸੇ, ਤੇ ਫਿਰ ਕਿੰਨਾ ਕੁ ਨਿੱਕਾ ਮੋਟਾ ਲੈਣ ਦੇਣ ਦੀ। ਤੇ ਉਹਨੂੰ ਅਜਿਹਾ ਸਾਰਾ ਕੁਝ ਡਾਇਰੀ 'ਚ ਲਿਖਣਾ ਚਾਹੀਦਾ ਹੈ। ਉਹ ਦੱਬੇ ਪੈਰੀ ਉੱਠਦਾ ਹੈ, ਮੇਜ਼ ਉੱਤੇ ਟਾਰਚ ਚੁੱਕਦਾ ਹੈ, ਬਿਨਾਂ ਖੜਕਾ ਕੇ ਤੇ ਅਲਮਾਰੀ ਖੋਲਦਾ ਹੈ। ਉਹ ਹਿਸਾਬ ਕਿਤਾਬ ਵਾਲੀ ਡਾਇਰੀ ਕੱਢਦਾ ਹੈ, ਬੀਮੇ ਵਾਲੀ ਫਾਈਲ ਕੱਢਦਾ ਹੈ ਤੇ ਬੈਂਕ ਦੇ ਕਾਗਜ਼ਾਂ ਵਾਲਾ ਲਿਫਾਫਾ ਕੱਢਦਾ ਹੈ। ਉਹ ਬਿਜਲੀ ਜਗਾ ਕੇ ਸਭ ਕੁਝ ਪੜਤਾਲਣਾ ਤੇ ਠੀਕ ਠਾਕ ਕਰਨਾ ਚਾਹੁੰਦਾ, ਪਰ ਚਾਨਣ ਹੁੰਦੇ ਹੀ ਉਹਦੀ ਪਤਨੀ ਦੀ ਅੱਖ ਖੁੱਲ ਜਾਏਗੀ। ਉਹ ਸਵੇਰੇ ਉੱਠਦਿਆਂ ਪਹਿਲਾ ਕੰਮ ਇਹੋ ਕਰੇਗਾ। ਫਿਰ ਭਾਵੇਂ ਕੋਈ ਵੀ ਪੜ੍ਹੇ, ਸਭ ਲੈਣਾ ਦੇਣਾ ਸਮਝ ਆਵੇ। ਡਾਇਰੀ, ਬੀਮੇ ਵਾਲੀ ਫਾਈਲ ਤੇ ਬੈਂਕ ਦੇ ਕਾਗਜ਼ਾਂ ਵਾਲਾ ਲਿਫਾਫਾ ਉਹ ਸਿਰਹਾਣੇ ਹੇਠ ਰੱਖ ਲੈਂਦਾ ਹੈ ਤੇ ਕੰਬਲ 'ਚ ਵੜ ਜਾਂਦਾ ਹੈ। ਸਿਰਹਾਣੇ ਹੇਠ ਪਏ ਕਾਗਜ਼ ਉਹਨੂੰ ਧਰਵਾਸ ਦਿੰਦੇ ਹਨ। ਫਿਰ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਜਾਂਦੀ ਹੈ। ਉਹਦੀ ਅੱਖ ਖੁੱਲ੍ਹਦੀ ਹੈ, ਜਾਪਦਾ ਹੈ ਸਵੇਰ ਹੋ ਗਈ। ਉਹ ਖਿੜਕੀ ਕੋਲ ਜਾਂਦਾ ਹੈ ਤੇ ਪਰਦਾ ਖਿੱਚ ਕੇ ਇੱਕ ਪਾਸੇ ਇਕੱਠਾ ਕਰ ਦਿੰਦਾ ਹੈ। ਸਾਹਮਣੇ ਸਾਰੇ ਪੂਰਬੀ ਆਕਾਸ਼ ਦਾ ਰੰਗ ਗੂੜਾ ਗੁਲਾਬੀ ਹੋਇਆ ਪਿਆ। ਖਿੜਕੀ ਦੇ ਬਾਹਰਲੇ ਵਾਧੇ ਉੱਤੇ ਇੱਕ ਚਿੜੀ ਬੈਠੀ ਹੋਈ ਹੈ। ਉਹ ਸ਼ੀਸ਼ੇ ਵਿੱਚੋਂ ਉਸ ਵੱਲ ਵੇਖਦੀ ਹੈ ਤੇ ਚੂੰ ਚੂੰ ਕਰਦੀ ਹੈ। ਉਹ ਮੂੰਹ ਬਣਾਉਂਦਾ ਹੈ ਤੇ ਚਿੜੀ ਦੀ ਨਕਲ ਕਰਦਾ ਹੈ। ਚਿੜੀ ਉੱਡ ਜਾਂਦੀ ਹੈ, ਪਰ ਇਹ ਟਾਹਲੀ ਉੱਤੇ ਜਾ ਬੈਠਦੀ ਹੈ। ਵਾਰਿਸ ਸ਼ਾਹ ਦੀ ਇੱਕ ਤੁਕ ਉਹਦੇ ਬੁੱਲ੍ਹਾਂ 'ਚ ਆ ਜਾਂਦੀ ਹੈ। ਚਿੜੀ ਚੂਕਦੀ ਨਾਲ ਜਦ ਤੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ। ਉਹ ਖਿੜਕੀ ਖੋਲ ਦਿੰਦਾ ਹੈ, ਠੰਡੀ ਹਵਾ ਦਾ ਬੁੱਲਾ ਉਹਦੀ ਗਲਵੱਕੜੀ ਪਾ ਲੈਂਦਾ ਹੈ। ਇਸ ਟਾਹਲੀ ਉੱਤੇ ਜਾ ਕੇ ਚਿੜੀ ਬੈਠੀ ਹੈ। ਉਹਦੇ ਉੱਤੇ ਬੈਠੀ ਇੱਕ ਹੋਰ ਘੁੱਗੀ ਬੋਲ ਰਹੀ ਹੈ, ਘੁੱਗੂ ਘੂ ਤੁਹੀਂ ਤੁਹੀਂ। ਕਿੰਨੀ ਪਿਆਰੀ ਆਵਾਜ਼ ਹੈ। ਉਹਨੂੰ ਲੱਗਦਾ ਜਿਵੇਂ ਆਵਾਜ਼ ਉਹਨੇ ਇੱਕ ਮੁੱਦਤ ਪਿੱਛੋਂ ਸੁਣੀ ਹੋਵੇ।
ਉਹ ਆਪਣੀ ਸੁੱਤੀ ਹੋਈ ਪਤਨੀ ਦੇ ਘੁੱਗੀ ਵਰਗੇ ਮਾਸੂਮ ਚਿਹਰੇ ਵੱਲ ਵੇਖਦਾ ਹੈ। ਫਿਰ ਉਹ ਦੂਜੇ ਕਮਰੇ 'ਚ ਜਾਂਦਾ ਹੈ। ਬੱਚੇ ਘੂਕ ਸੁੱਤੇ ਪਏ ਹਨ। ਇੱਕ ਦਾ ਪੈਰ ਕੰਬਲ 'ਚੋਂ ਬਾਹਰ ਨਿਕਲਿਆ ਹੋਇਆ, ਦੂਜੀ ਦੀ ਬਾਂਹ ਪਲੰਗ ਤੋਂ ਹੇਠਾਂ ਲਟਕੀ ਹੋਈ। ਉਹਨਾਂ ਦੇ ਕੰਬਲ ਸੂਤ ਕਰਦਾ ਹੋਇਆ ਤੇ ਮੱਥਾ ਚੁੰਮਦਾ ਹੈ। ਉਹ ਆਪਣੇ ਕਮਰੇ 'ਚ ਪਰਤਦਾ ਹੈ। ਖਿੜਕੀ ਵਿੱਚੋਂ ਦੀ ਉਹਦੀ ਨਜ਼ਰ ਖੱਬੇ ਪਾਸੇ ਦੀ ਕੋਠੀ ਤੇ ਪੈਂਦੀ ਹੈ। ਉਹ ਗੂੜੇ ਗੁਲਾਬੀ ਅਸਮਾਨ ਦੇ ਪਿਛੋਕੜ ਸਾਹਮਣੇ ਬੜੀ ਪਿਆਰੀ ਲੱਗਦੀ ਹੈ। ਕਬੂਤਰਾਂ ਦਾ ਇੱਕ ਜੋੜਾ ਕੋਠੀ ਦੀ ਛੱਤ ਤੇ ਆ ਬੈਠਾ ਹੈ ਤੇ ਚੁੰਝ 'ਚ ਚੁੰਝ ਪਾ ਕੇ ਚੋਲ ਕਰ ਰਿਹਾ। ਵਾਰਿਸ ਸ਼ਾਹ ਦੀ ਅਗਲੀ ਤੁੱਕ ਉਹਦੇ ਬੁੱਲਾਂ ਤੇ ਆ ਜਾਂਦੀ ਹੈ। ਉੱਠ ਗੁਸਲ ਦੇ ਵਾਸਤੇ ਜਾ ਪਹੁੰਚੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੇ। ਪਰ ਉਹਦੀ ਰਾਤ ਕਿਸੇ ਭੈੜੇ ਸੁਪਨੇ ਵਾਂਗ ਬੀਤੀ ਹੈ। ਉਹ ਪਤਨੀ ਕੋਲ ਆ ਕੇ ਖਲੋ ਜਾਂਦਾ ਹੈ। ਉਹਦੇ ਸੁੱਤੇ ਚਿਹਰੇ ਵੱਲ ਅਥਾਹ ਸ਼ਾਂਤੀ ਹੈ। ਉਹਦੇ ਕੋਲ ਬੈਠ ਕੇ ਉਹਦੇ ਵਾਲਾਂ 'ਚ ਉਂਗਲਾਂ ਫੇਰਨ ਲੱਗਦਾ ਹੈ ਤੇ ਫਿਰ ਉਹਦੇ ਚਿਹਰੇ ਉੱਤੇ ਆਪਣਾ ਚਿਹਰਾ ਝੁਕਾਉਂਦਾ ਹੈ। ਉੱਠੋ ਜੀ, ਸੂਰਜ ਦੇਵਤਾ ਦੀ ਸਵਾਰੀ ਆਉਣ ਵਾਲੀ ਹੈ। ਉਹ ਅੰਗੜਾਈ ਲੈਂਦੀ ਹੋਈ ਹੌਲੀ ਹੌਲੀ ਅੱਖਾਂ ਖੋਲ੍ਹਦੀ ਹੈ ਤੇ ਉਹਦਾ ਹੱਥ ਘੁੱਟ ਕੇ ਮੁਸਕਰਾਉਂਦੀ ਹੈ। ਪਤਨੀ ਨਲਕੇ ਕੋਲ ਜਾ ਕੇ ਅੱਖਾਂ ਉੱਤੇ ਛਿੱਟੇ ਮਾਰਨ ਲੱਗਦੀ ਹੈ। ਉਹ ਸਿਰਹਾਣੇ ਹੇਠੋਂ ਕਾਗਜ਼ ਚੁੱਕਦਾ ਹੈ। ਉਹਨਾਂ ਨੂੰ ਅਲਮਾਰੀ 'ਚ ਭਗਾ ਕੇ ਸੁੱਟਦਿਆਂ ਖਿੜਕੀ ਕੋਲ ਆ ਬਹਿੰਦਾ ਹੈ। ਉਹਦੇ ਬੁੱਲ ਗੋਲ ਹੋ ਕੇ ਸੀਟੀ ਵਜਾਉਣ ਲੱਗਦੇ ਹਨ। ਸਵੇਰ ਕਿੰਨੀ ਸੁਹਾਣੀ ਹੈ। ਧੰਨਵਾਦ।